सवाल है कि बाबा जी हम बार बार बाहर क्यों जाते हैं, एक बार ही अंदर क्यों नहीं टिक पाते। अंतर बसै न बाहर जाए, अमृत छोड़ काहे बिख खाए। ਪਹਿਲੀ ਤਾਂ ਗੱਲ ਹੈ ਵੀ ਅੰਮ੍ਰਿਤ ਦਾ ਸਵਾਦ ਨਹੀਂ ਆਇਆ ਅੰਦਰ, ਤੇ ਬਾਹਰ ਜਿਹੜਾ ਸਵਾਦ ਤੁਸੀਂ ਲੈ ਰਹੇ ਹੋ ਇਹ ਤੁਹਾਨੂੰ ਅਜੇ ਪੱਕਾ ਪਤਾ ਨਹੀਂ ਹੈ ਵੀ ਇਹ ਜ਼ਹਿਰ ਹੈ। ਤੇ ਰੋਜ਼ ਰੋਜ਼ ਤੁਸੀਂ ਬਾਹਰ ਆਪਣੇ ਜ਼ਹਿਰ ਇਕੱਠੀ ਕਰਦੇ ਹੋ। ਤੇ ਜ਼ਹਿਰ ਵੀ ਸਵਾਦ ਲੱਗਣ ਲੱਗ ਜਾਂਦੀ। ਜ਼ਹਿਰ ਖਾਣ ਦਾ ਵੀ ਆਦਮੀ ਆਦੀ ਹੋ ਜਾਂਦਾ ਹੈ। ਜਿਵੇਂ ਕੋਈ ਪਹਿਲੇ ਸ਼ਰਾਬ ਪੀਵੇ ਨਾ, ਉਹ ਬੜੀ ਕੌੜੀ ਲੱਗਦੀ, ਤਿੱਖਤ। ਪਰ ਜਿਹੜੇ ਲਗਾਤਾਰ ਪੀਣ ਵਾਲੇ ਹਨ ਉਹ ਕਹਿੰਦੇ ਹਨ ਵੀ ਉਹਦੇ ਵਿੱਚ ਟੇਸਟ ਬਹੁਤ ਹੈ, ਸਵਾਦ ਲੱਗਣ ਲੱਗ ਜਾਂਦੇ। ਤੋ ਸਵਾਦ ਲੈਂਦੇ ਹਨ ਅਲੱਗ-ਅਲੱਗ ਸ਼ਰਾਬਾਂ ਦੇ। ਦੇਖੋ ਇਵੇਂ ਹੀ ਸੰਸਾਰ ਹੈ, ਅਲੱਗ-ਅਲੱਗ ਸ਼ਰਾਬਾਂ ਹਨ ਸੰਸਾਰ ਦੇ ਵਿੱਚ, ਅਲੱਗ-ਅਲੱਗ ਲੈਵਲ ਲੱਗੇ ਹੋਏ ਹਨ। ਤੇ ਪਹਿਲ ਤੁਸੀਂ ਪੀਂਦੇ ਹੋ ਜਦੋਂ, ਉਦੋਂ ਤਾਂ ਤਿੱਖਤ ਲੱਗਦੀ ਹੈ ਮਾੜੀ ਕੌੜੀ, ਪਰ ਰੋਜ਼ ਰੋਜ਼ ਪੀਂਦੇ ਪੀਂਦੇ ਆਦੀ ਹੋ ਜਾਂਦੇ ਹੋ, ਤੁਹਾਨੂੰ ਸਵਾਦ ਲੱਗਣ ਲੱਗ ਜਾਂਦੇ। ਤੋ ਸਵਾਦ ਦੇ ਕਰਕੇ ਹੀ ਤੁਸੀਂ ਰੋਜ਼ ਰੋਜ਼ ਪੀਂਦੇ ਰਹਿੰਦੇ ਹੋ ਬਾਹਰ ਦੀ ਸ਼ਰਾਬ, ਸੰਸਾਰ ਦੀ। ਇਸੇ ਕਰਕੇ ਹੀ ਬੇਹੋਸ਼ ਹੋ ਨਾ ਸੰਸਾਰ ਦੀ ਸ਼ਰਾਬ ਪੀ ਕੇ। ਸੰਸਾਰ ਬੇਹੋਸ਼ ਕਰਦਾ, ਤੁਸੀਂ ਜਾਗਰਤ ਥੋੜ੍ਹੀ ਹੋ, ਬੇਹੋਸ਼ ਹੋ। ਅਤੇ ਜਿੰਨੀ ਕਿਸੇ ਨੂੰ ਜ਼ਿਆਦਾ ਚੜ੍ਹੀ ਹੋਵੇ, ਕਈ ਜਵਾਨੀ ਦੇ ਨਸ਼ੇ ਦੇ ਵਿੱਚ ਮਦਮਸਤ ਹਨ। ਕਿਸੇ ਨੂੰ ਕੋਈ ਪਦਵੀ ਮਿਲ ਗਈ, ਕਿਸੇ ਕੋਲ ਧਨ ਸੁਵਿਧਾ ਬਹੁਤ ਹੈ, ਉਹ ਕਹਿੰਦਾ ਮੇਰੇ ਵਰਗਾ ਹੈ, ਦੇਖੋ ਮੈਂ ਮੌਜਾਂ ਕਰਦਾ। ਕਿਸੇ ਨੂੰ ਆਪਣੀ ਸਮਝ ਦਾ, ਗਿਆਨ ਦਾ ਹੰਕਾਰ ਹੈ, ਉਹ ਵੀ ਸ਼ਰਾਬ ਹੀ ਹੈ, ਨਸ਼ਾ ਹੈ। ਸਮਝਦਾਰ ਨੂੰ ਬੜਾ ਨਸ਼ਾ ਹੁੰਦਾ। ਦੇਖੋ ਮੈਨੂੰ ਕਿੰਨੇ ਲੋਕ ਸੁਣਦੇ ਆ, ਕਿੰਨੇ ਸਮਝਦੇ ਹਨ, ਕਿੰਨੇ ਫਾਲੋ ਕਰਦੇ। ਆਹ ਉਹ ਉਸ ਨਸ਼ੇ 'ਚ ਕਈ ਟੈਲੀਫੋਨ ਦੇ ਰਾਹੀਂ ਕੁਛ ਨਾ ਕੁਛ ਪਾਉਂਦੇ ਰਹਿੰਦੇ ਹਨ, ਕੁਛ ਦਿਖਾਉਂਦੇ ਰਹਿੰਦੇ ਹਨ। ਅਤੇ ਜ਼ਿਆਦਾ ਲੋਕ ਉਹਨਾਂ ਨੂੰ ਦੇਖਣ ਵਾਲੇ ਹੋਣ, ਸੁਣਨ ਵਾਲੇ ਹੋਣ, ਤਾਂ ਉਹਨਾਂ ਨੂੰ ਨਸ਼ਾ ਆਉਣ ਲੱਗ ਜਾਂਦਾ ਹੈ। ਉਹ ਹੋਰ ਜ਼ਿਆਦਾ ਬਣਾਉਂਦੇ ਹਨ ਫਿਲਮਾਂ, ਹੋਰ ਜ਼ਿਆਦਾ ਪਾਉਂਦੇ ਹਨ ਮੈਸੇਜ। ਨਸ਼ਾ ਹੀ ਹੈ ਨਾ। ਉੱਦਾਂ ਬੈਠੇ ਬੈਠੇ ਬੋਰ ਹੋ ਰਹੇ ਸੀ ਅਤੇ ਟੈਲੀਫੋਨ ਦਾ ਨਸ਼ਾ ਲੱਗ ਗਿਆ ਕਿਸੇ ਨੂੰ, ਇਹ ਵੀ ਨਸ਼ਾ ਹੀ ਹੈ। ਅੱਠੇ ਪਹਿਰ ਲੱਗੇ ਹੋਏ ਹਨ। ਇਹ ਜਿਹੜਾ ਨਸ਼ਾ ਹੈ ਰੋਜ਼ ਰੋਜ਼ ਤੁਸੀਂ ਕਰਦੇ ਹੋ, ਇਹ ਅੰਦਰ ਜ਼ਹਿਰ ਹੀ ਵੱਧਦੀ ਜਾਂਦੀ। ਅਤੇ ਫਿਰ ਇਹ ਜਿਹੜਾ ਨਸ਼ਾ ਹੈ ਨਾ, ਇਹਨੂੰ ਤੁਹਾਡੇ ਘਰ ਦੇ ਹੀ ਪਿਆਉਂਦੇ ਹਨ, ਪਰਿਵਾਰ ਦੇ ਮੈਂਬਰ ਹੀ ਪਿਆਉਂਦੇ ਹਨ, ਆਪਣੇ ਹੀ ਪਿਆ ਰਹੇ ਹਨ। ਇਹ ਨਸ਼ਾ ਕੌਣ ਲਾਉਂਦਾ ਹੈ ਤੁਹਾਨੂੰ ਸੰਸਾਰ ਦਾ? ਨਸ਼ੇ 'ਤੇ ਕੌਣ ਲਾਉਂਦਾ ਹੈ ਤੁਹਾਨੂੰ? ਕਿਸੇ ਦਾ ਮੁੰਡਾ ਕਿਸੇ ਨਸ਼ੇ ਦੀ ਲੱਤ 'ਤੇ ਲੱਗ ਜਾਵੇ ਨਾ, ਅਤੇ ਜਿਹਨੇ ਲਾਇਆ ਹੋਵੇ ਉਹਦੇ 'ਤੇ ਮਾਤਾ ਪਿਤਾ ਬੜੇ ਨਾਰਾਜ਼ ਹੁੰਦੇ ਹਨ, ਸਾਡਾ ਮੁੰਡਾ ਵਿਗਾੜਤਾ, ਨਸ਼ੇ 'ਤੇ ਲਾ ਤਾ। ਦੇਖੋ
ਪਰ ਤੁਸੀਂ ਜਿਹੜੇ ਨਸ਼ੇ 'ਤੇ ਲਾ ਰਹੇ ਹੋ ਉਸ ਨਸ਼ੇ ਦਾ ਖਿਆਲ ਹੀ ਨਹੀਂ ਤੁਹਾਨੂੰ, ਕਿਉਂਕਿ ਤੁਸੀਂ ਆਪ ਵੀ ਉਸੇ ਨਸ਼ੇ 'ਚ ਪਏ ਹੋਏ ਹੋ। ਅਤੇ ਅੰਤ ਵੇਲੇ ਪਤਾ ਲੱਗਦਾ ਹੈ ਨਾ ਵੀ ਇਹ ਨਸ਼ੇ ਦੇ ਵਿੱਚ ਅਸੀਂ ਬੇਹੋਸ਼ ਰਹੇ। ਜਿੰਨਾ ਚਿਰ ਇਸ ਨਸ਼ੇ ਦੀ ਖੁਮਾਰੀ ਰਹਿੰਦੀ ਹੈ ਜਵਾਨੀ ਤੱਕ, ਉਹਨਾਂ ਚਿਰ ਤਾਂ ਬੜਾ ਮੌਜ ਰਹਿੰਦੀ ਹੈ ਬੰਦੇ ਨੂੰ। ਉਸ ਤੋਂ ਬਾਅਦ ਫਿਰ ਖੁਮਾਰੀ ਘਟਣ ਲੱਗਦੀ ਹੈ। ਫਿਰ ਵੀ ਆਦਮੀ ਕੋਸ਼ਿਸ਼ ਕਰਦਾ ਰਹਿੰਦਾ ਹੈ ਬੁਢਾਪੇ ਤੱਕ ਵੀ ਖੁਮਾਰੀ ਬਣੀ ਰਹੇ, ਸੁੱਖ ਬਣਿਆ ਰਹੇ, ਮਨ ਖੁਸ਼ ਰਹੇ। ਮਨ ਖੁਸ਼ ਰਹਿੰਦਾ ਹੈ ਨਸ਼ੇ ਦੇ ਵਿੱਚ, ਸੰਸਾਰ ਦੇ ਨਸ਼ੇ ਦਾ ਆਦੀ ਹੋ ਜਾਂਦਾ ਹੈ। ਫਿਰ ਨਸ਼ਾ ਕੀ ਹੈ? ਬਾਹਰ ਤੁਸੀਂ ਕਿਉਂ ਜਾਂਦੇ ਹੋ? ਜਿਵੇਂ ਸ਼ਰਾਬ ਦੀਆਂ ਬੋਤਲਾਂ 'ਤੇ ਨਸ਼ਿਆਂ ਦੇ ਪੈਕਟਾਂ 'ਤੇ ਲਿਖਿਆ ਹੁੰਦਾ ਹੈ ਨਾ, ਸਿਹਤ ਕੇ ਲਈ ਹਾਨੀਕਾਰਕ ਹੈ। ਦੇਖੋ, ਪਰ ਜਿਨ੍ਹਾਂ ਨੇ ਪੀਣਾ ਹੈ ਉਹ ਪੜ੍ਹਦੇ ਹੀ ਨਹੀਂ। ਅਗਰ ਪੜ੍ਹਦੇ ਵੀ ਹਨ ਤਾਂ ਉਹਨੂੰ ਗੱਲ ਨੂੰ ਸਮਝਦੇ ਨਹੀਂ। ਇੱਦਾਂ ਹੀ ਧਾਰਮਿਕ ਲੋਕ ਵੀ ਕਰਦੇ ਹਨ, ਤੁਸੀਂ ਵੀ ਕਰਦੇ ਹੋ, ਰੋਜ਼ ਸੁਣਦੇ ਵੀ ਹੋ, ਸਮਝਦੇ ਨਹੀਂ। ਰੋਜ਼ ਹੀ ਪਾਠ ਕਈ ਸੁਣਦੇ ਹਨ, ਕਿਉਂਕਿ ਸਪੀਕਰਾਂ ਦੇ ਵਿੱਚ ਹੁੰਦਾ ਹੈ, ਦੂਰ ਦੂਰ ਤੱਕ ਸੁਣਾਈ ਦਿੰਦਾ ਹੈ। ਅਤੇ ਪਤਾ ਵੀ ਲੱਗਦਾ ਹੈ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋਰੇ ਮੀਤ। ਕਿੰਨੀ ਉੱਚੀ ਉੱਚੀ ਕਰਦੇ ਹਨ। ਪਾਠੀ ਸਿੰਘ ਕਹਿੰਦੇ ਹਨ ਵੀ ਸਾਰਿਆਂ ਨੂੰ ਸੁਣਾ ਦੀ, ਪਰ ਉਹਨਾਂ ਨੂੰ ਆਪ ਵੀ ਨਹੀਂ ਸੁਣਦਾ ਹੈ। ਆਪ ਵੀ ਸਿਰਫ ਕਰ ਹੀ ਰਹੇ ਹਨ। ਅਤੇ ਨਸ਼ਿਆਂ ਦੇ ਪੈਕਟਾਂ 'ਤੇ ਸ਼ਰਾਬ ਦੀਆਂ ਬੋਤਲਾਂ 'ਤੇ ਲਿਖਿਆ ਹੋਇਆ ਹਨ। ਇੱਦਾਂ ਹੈ ਸੰਸਾਰ ਦੇ ਬਾਰੇ ਵੀ ਵਾਰ-ਵਾਰ ਲਿਖਿਆ ਹੋਇਆ ਹੈ। ਉਪਦੇਸ਼ ਕੀ ਹੈ ਸਾਰਾ? ਸੰਸਾਰ ਵਿੱਚ ਧਿਆਨ ਹਾਨੀਕਾਰਕ ਹੈ। ਜਿੰਨਾ ਸੰਸਾਰ ਦਾ ਧਿਆਨ ਕਰੋਗੇ ਓਨਾ ਹੀ ਸੰਸਾਰ ਵੱਲ ਜਾਓਗੇ। ਸੰਸਾਰ ਦਾ ਧਿਆਨ ਸੰਸਾਰ ਨੂੰ ਪੀਣਾ ਹੈ, ਸੰਸਾਰ ਨੂੰ ਚੱਖਣਾ ਹੈ। ਧਿਆਨ ਦੁਆਰਾ ਤੁਸੀਂ ਸੰਸਾਰ ਦਾ ਸਵਾਦ ਲੈਂਦੇ ਹੋ। ਕੋਈ ਸੁੰਦਰ ਇਸਤਰੀ ਦੇਖੀ ਅਤੇ ਕਲਪਨਾ ਦੇ ਵਿੱਚ ਉਸ ਇਸਤਰੀ ਨੂੰ ਤੁਸੀਂ ਵਸਾ ਲੈਂਦੇ ਹੋ ਅਤੇ ਵਾਰ-ਵਾਰ ਉਹਦੇ ਬਾਰੇ ਸੋਚ ਕੇ ਸਵਾਦ ਲੈਂਦੇ ਹੋ। ਇਹਨੂੰ ਕਹਿੰਦੇ ਹਨ ਕਾਮ ਵਾਸ਼ਨਾ। ਅਤੇ ਇਸ ਸਵਾਦ ਵਿੱਚ ਤੁਸੀਂ ਫਸ ਜਾਂਦੇ ਹੋ। ਫਿਰ ਜਿੰਨਾ ਉਸ ਇਸਤਰੀ ਦਾ ਜ਼ਿਆਦਾ ਚਿੰਤਨ ਕਰੋਗੇ ਉਨੀ ਹੀ ਉਹ ਸੁੰਦਰ ਹੁੰਦੀ ਜਾਵੇਗੀ, ਬਾਹਰੋਂ ਭਾਵੇਂ ਨਾਮ ਹੀ ਹੋਵੇ। ਵਾਸ਼ਨਾ ਸੁੰਦਰ ਬਣਾਉਂਦੀ ਹੈ। ਵਾਸ਼ਨਾ ਫਿਰ ਉਹਦੇ ਅੰਦਰ ਤੱਕ ਜਾਂਦੀ ਹੈ, ਸੋਚਦੀ ਹੈ ਉਹਦੇ ਬਾਰੇ, ਬੜਾ ਸਵਾਦ ਲੈਂਦੀ ਹੈ। ਉਹਨੂੰ ਭੋਗ ਵੀ ਲੈਂਦੇ ਹਨ ਕਈ। ਖਿਆਲਾਂ ਦੁਆਰਾ ਵੀ ਭੋਗਿਆ ਜਾਂਦਾ ਹੈ। ਹਜ਼ਾਰਾਂ ਲੋਕ ਭੋਗਦੇ ਹਨ, ਨਹੀਂ ਘੱਟ ਹੈ। ਕਰੋੜਾਂ ਲੋਕ ਸਿਰਫ ਵਿਚਾਰ ਕਰਕੇ ਖਿਆਲਾਂ ਦੁਆਰਾ ਭੋਗਦੇ ਹਨ ਤਾਂ ਉਹਨਾਂ ਨੂੰ ਰਸ ਆਉਂਦਾ ਹੈ। ਅਤੇ ਇਹ ਜਿਹੜਾ ਖਿਆਲਾਂ ਦੁਆਰਾ ਭੋਗ ਹੈ ਨਾ, ਇਹ ਜ਼ਿਆਦਾ ਹਾਨੀਕਾਰਕ ਹੈ। ਹੁਣ ਤੁਸੀਂ ਇੱਕ ਗੱਲ ਹੋਰ ਵੀ ਖਿਆਲ ਵਿੱਚ ਲਓਗੇ ਥੋੜ੍ਹੀ ਜਿਹੀ, ਵੀ ਆਮ ਧਾਰਮਿਕ ਲੋਕ ਤੁਹਾਨੂੰ ਕਹਿੰਦੇ ਹਨ ਵੀ ਇਸਤਰੀ ਨੂੰ ਦੇਖਣਾ ਨਹੀਂ, ਪਰਾਈ ਨੂੰ। ਅਗਰ ਪਰਾਈ ਇਸਤਰੀ ਦੇ ਸੰਪਰਕ ਵਿੱਚ ਕੋਈ ਆ ਜਾਵੇ ਨਾ ਤਾਂ ਮਾਰਨ ਤੱਕ ਜਾਂਦੇ ਹਨ। ਪਰ ਦੂਸਰੀ ਗੱਲ 'ਤੇ ਕੋਈ ਖਿਆਲ ਨਹੀਂ ਕਰਦਾ ਹੈ, ਕਿਉਂਕਿ ਬਾਹਰੋਂ ਅਗਰ ਕੋਈ ਭੋਗ ਲਵੇ ਇਸਤਰੀ ਨੂੰ, ਚੰਗੀ ਤਰ੍ਹਾਂ ਭੋਗ ਲਿਆ ਤਾਂ ਉਹਦੇ ਤੋਂ ਛੁਟਕਾਰਾ ਵੀ ਹੋ ਜਾਂਦਾ ਹੈ। ਸਮਝਦਾਰ ਬੰਦਾ ਨਾ ਬਾਹਰੋਂ ਭੋਗ ਕੇ ਤੇ ਛੁੱਟ ਜਾਂਦਾ ਹੈ। ਸਰੀਰ ਹੀ ਹੈ, ਕੋਈ ਖਾਸ ਨਹੀਂ ਹੈ, ਉਹਨੂੰ ਪਤਾ ਲੱਗ ਜਾਂਦਾ ਹੈ।
ਤੇ ਛੁਟਕਾਰਾ ਹੋ ਸਕਦਾ ਹੈ। ਪਰ ਜਿਹੜਾ ਮਨ ਕਰਕੇ ਅੰਦਰੋਂ ਭੋਗਣ ਲੱਗ ਪਿਆ, ਮਨ ਕਰਕੇ, ਵਿਚਾਰ ਕਰਕੇ, ਖਿਆਲ ਕਰਕੇ ਭੋਗਣ ਲੱਗ ਪਿਆ, ਉਹਦਾ ਤਾਂ ਛੁਟਕਾਰਾ ਹੀ ਨਹੀਂ ਹੁੰਦਾ ਹੈ। ਉਹ ਜ਼ਿਆਦਾ ਭੋਗ ਦੇ ਵਿੱਚ ਪੈ ਜਾਂਦਾ ਹੈ। ਉਹਨੂੰ ਹੀ ਕਾਮੀ ਕਿਹਾ ਹੈ ਦਰਅਸਲ। ਹੁਣ ਬਾਹਰ ਤੇ ਗੁਰੂਆਂ ਦੀਆਂ ਵੀ 3-3 ਸ਼ਾਦੀਆਂ ਸਨ। ਤੇ ਸਰੀਰਕ ਭੋਗ ਤੇ ਉਹਨਾਂ ਨੇ ਵੀ ਬਹੁਤ ਕੀਤੇ ਹੋਣਗੇ, ਪਰ ਉਹਨਾਂ ਨੂੰ ਆਪਾਂ ਕਾਮੀ ਨਹੀਂ ਕਹਿੰਦੇ। ਹਜ਼ਰਤ ਮੁਹੰਮਦ ਸਾਹਿਬ ਦੀਆਂ ਕਿੰਨੀਆਂ ਸ਼ਾਦੀਆਂ ਸਨ, ਤੇ ਉਹਨਾਂ ਨੂੰ ਕੋਈ ਕਾਮੀ ਥੋੜ੍ਹਾ ਕਹਿੰਦਾ। ਹਜ਼ਰਤ ਈਸਾ ਅਕਸਰ ਵੇਸ਼ਵਾਵਾਂ ਦੇ ਘਰ ਰੁਕ ਜਾਂਦੇ ਹੁੰਦੇ ਸਨ, ਉਹਨਾਂ ਨੂੰ ਕਾਮੀ ਥੋੜ੍ਹੀ ਕਹਿੰਦੇ ਹਨ ਈਸਾਈ। ਕਾਮੀ ਉਹ ਹੈ ਜਿਹੜਾ ਸੋਚਦਾ ਹੈ ਤੇ ਸੋਚ ਕੇ ਭੋਗਦਾ ਹੈ, ਤੇ ਉਸ ਭੋਗ ਦੇ ਵਿੱਚ ਰਸ ਲੈਣਾ ਸ਼ੁਰੂ ਕਰ ਦਿੰਦਾ ਹੈ। ਤੇ ਉਹ ਜਿਹੜਾ ਰਸ ਹੈ ਨਾ, ਉਹ ਤੁਹਾਨੂੰ ਫਸਾਉਂਦਾ ਹੈ ਬਾਹਰ। ਇੱਦਾਂ ਹੀ ਮੋਹ ਹੈ। ਆਪਣਿਆਂ ਬਾਰੇ ਤੁਸੀਂ ਸੋਚਦੇ ਹੋ, ਚੰਗੇ ਚੰਗੇ ਖਿਆਲ ਮਨ ਦੇ ਵਿੱਚ ਉਮੰਗਦੇ ਹਨ। ਜਿਵੇਂ ਬੱਚਿਆਂ ਬਾਰੇ ਸੋਚਿਆ, ਮੇਰਾ ਵੱਡਾ ਹੋਊਗਾ, ਇਹ ਪੜ੍ਹੂਗਾ ਲਿਖੂਗਾ, ਕੀ ਬਣੂਗਾ, ਕਿਵੇਂ ਹੋਊਗਾ, ਕਿੱਦਾਂ ਹੋਊਗਾ। ਉਹ ਸੋਚ ਸੋਚ ਕੇ ਮਾਤਾ ਪਿਤਾ ਜਿਹੜੇ ਕਿ ਨਹੀਂ, ਉਹ ਸੁੱਖ ਮਾਣਦੇ ਹਨ। ਅਤੇ ਜਿੰਨਾ ਉਹਦੇ ਬਾਰੇ ਸੋਚਦੇ ਹਨ ਨਾ, ਓਨਾ ਹੀ ਉਹਦੇ ਨਾਲ ਜੁੜਦੇ ਜਾਂਦੇ ਹਨ। ਜਿਹਦੇ ਬਾਰੇ ਤੁਸੀਂ ਸੋਚੋਗੇ ਉਹਦੇ ਨਾਲ ਹੀ ਜੁੜੋਗੇ, ਕਿਉਂਕਿ ਧਿਆਨ ਉਹਦੇ ਵੱਲ ਰਹਿੰਦਾ ਹੈ। ਧਿਆਨ ਦੁਬਾਰਾ ਬਾਹਰ ਜਾ ਰਹੇ ਹੋ ਨਾ ਤੁਸੀਂ ਕਹਿੰਦੇ ਹੋ ਅਸੀਂ ਬਾਹਰ ਕਿਉਂ ਚਲੇ ਜਾਂਦੇ ਹਾਂ। ਧਿਆਨ ਹੀ ਉਹ, ਤੁਸੀਂ ਇਹਦਾ ਮਤਲਬ ਇੱਕ ਗੱਲ ਹੋਰ ਵੀ ਖਿਆਲ ਵਿੱਚ ਲਓ। ਤੁਸੀਂ ਕਿਹਾ ਨਾ ਅਸੀਂ ਬਾਹਰ ਭਟਕ ਜਾਂਦੇ ਹਾਂ। ਬਾਹਰ ਕਿਉਂ ਜਾਂਦੇ ਹਾਂ ਅਸੀਂ ਬਾਰ-ਬਾਰ? ਇੱਕ ਵਾਰ ਹੀ ਅੰਦਰ ਕਿਉਂ ਨਹੀਂ ਟਿਕ ਪਾਉਂਦੇ ਹਾਂ? ਇਹਦੇ ਵਿੱਚ ਇੱਕ ਗੱਲ ਹੋਰ ਵੀ ਸਮਝ ਵਿੱਚ ਆਉਂਦੀ ਹੈ ਵੀ ਤੁਸੀਂ ਇਹਨਾਂ ਤੇ ਜਾਣਦੇ ਹੀ ਹੋ ਨਾ, ਤੇ ਤੁਸੀਂ ਸਰੀਰ ਨਹੀਂ ਹੋ, ਤੁਸੀਂ ਧਿਆਨ ਹੋ, ਤੇ ਤੁਸੀਂ ਬਾਹਰ ਭਟਕ ਜਾਂਦੇ ਹੋ ਧਿਆਨ ਕਰਕੇ। ਇੰਨੀ ਗੱਲ ਜਿਹਨੂੰ ਖਿਆਲ ਵਿੱਚ ਆ ਜਾਵੇ ਨਾ, ਉਹਨੂੰ ਸਮਝ ਵਿੱਚ ਆ ਜਾਂਦੀ ਹੈ ਗੱਲ ਵੀ ਧਿਆਨ ਕਰਕੇ ਹੀ ਬਾਹਰ ਭਟਕੇ ਹੋਏ। ਧਿਆਨ ਹੀ ਬਾਹਰ ਭਟਕਾ ਰਿਹਾ। ਅਤੇ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਹਨ ਨਾ, ਇਹ ਧਿਆਨ ਨੂੰ ਹੀ ਬਾਹਰ ਭਟਕਾਉਂਦੇ ਹਨ। ਅਤੇ ਧਿਆਨ ਭਟਕਣ ਦਾ ਨਾਮ ਹੀ ਹੈ। ਕਾਮ ਕੀ ਹੈ? ਕਿਸੇ ਇਸਤਰੀ ਦਾ ਧਿਆਨ ਕਰਨਾ। ਮੋਹ ਕੀ ਹੈ? ਆਪਣਿਆਂ ਦਾ ਧਿਆਨ, ਬੱਚਿਆਂ ਦਾ, ਪਰਿਵਾਰ ਦਾ, ਸਾਰੀ ਦਿਹਾੜੀ ਧਿਆਨ ਕਰਨਾ ਮੋਹ ਹੈ। ਮਮਤਾ ਹੈ। ਲੋਭ ਕੀ ਹੈ? ਹੋਰ ਹੋਵੇ ਧਨ ਮੇਰੇ ਕੋਲ, ਹੋਰ ਹੋਵੇ ਪਦਾਰਥ, ਹੋਰ ਹੋਵੇ ਪ੍ਰੋਪਰਟੀ। ਇਹ ਸਾਰਾ ਕੁਛ ਬਾਹਰ ਜੋੜ ਰਿਹਾ ਹੈ। ਧਿਆਨ ਦੁਆਰਾ ਤੁਸੀਂ ਬਾਹਰ ਜੁੜਦੇ ਹੋ, ਉਹੇ ਹੀ ਵਿਕਾਰ ਬਣ ਜਾਂਦੇ ਹਨ। ਵਿਕਾਰ ਬਣਦੇ ਹਨ ਸੋਚ ਕੇ। ਅਤੇ ਧਿਆਨ ਦੁਆਰਾ ਤੁਸੀਂ ਬਾਹਰ ਜੋੜਦੇ ਹੋ। ਫਿਰ ਦੂਸਰੀ ਗੱਲ ਹੈ, ਇੱਕ ਤਾਂ ਪੱਖ ਤੁਹਾਡਾ ਹੈ ਵੀ ਤੁਹਾਨੂੰ ਬਾਹਰ ਦੇ ਧਿਆਨ ਦਾ ਰਸ ਲੱਗ ਜਾਂਦਾ ਹੈ, ਆਦਤ ਲੱਗ ਜਾਂਦੀ ਬਾਹਰ ਧਿਆਨ ਕਰਨ ਦੀ। ਉਹ ਜ਼ਹਿਰ ਪੀਣ ਦੀ ਆਦਤ ਹੋ ਜਾਂਦੀ। ਅਤੇ ਦੂਸਰਾ ਪੱਖ ਇਹ ਹੈ ਵੀ ਜਿਹੜੇ ਬਾਹਰ ਹਨ, ਜਿਨ੍ਹਾਂ ਦਾ ਤੁਸੀਂ ਧਿਆਨ ਕਰ ਰਹੇ ਹੋ, ਉਹ ਵੀ ਤੁਹਾਨੂੰ ਧਿਆਨ ਤੋਂ ਮੁਕਤ ਨਹੀਂ ਹੋਣ ਦੇਣਗੇ। ਸਾਰਿਆਂ ਨੂੰ ਵੱਡੇ ਦੁਸ਼ਮਣ ਤੁਹਾਡੇ ਆਪਣੇ ਹੀ ਹੁੰਦੇ ਹਨ, ਜਿਹੜੇ ਵਾਰ-ਵਾਰ ਕਹਿੰਦੇ ਹਨ ਵੀ ਸਾਡੇ ਵੱਲ ਧਿਆਨ ਕਿਉਂ ਨਹੀਂ ਦਿੰਦੇ। ਹੁਣ ਤੁਸੀਂ ਅਗਰ ਧਿਆਨ ਤੋਂ ਮੁਕਤ ਹੋਣਾ ਹੋਵੇ ਬਾਹਰੋਂ, ਅਤੇ ਤੁਹਾਨੂੰ ਸਾਰੇ ਪਾਸੋਂ ਧਿਆਨ ਹਟਾਉਣਾ ਪੈਂਦਾ ਹੈ। ਹਟੂਗਾ ਹੀ, ਅਤੇ ਜਿਹਦੇ ਵੱਲੋਂ ਵੀ ਹਟੂਗਾ ਉਹ ਨਾਰਾਜ਼ ਹੋਵੇਗਾ। ਘਰ ਵਾਲੀ ਵੱਲੋਂ ਹਟੂਗਾ ਧਿਆਨ, ਅਤੇ ਘਰ ਵਾਲੀ ਨਾਰਾਜ਼ ਹੋਵੇਗੀ।
ਮੇਰੇ ਵੱਲ ਧਿਆਨ ਹੀ ਨਹੀਂ ਦਿੰਦੇ। ਉਹਨੂੰ ਸ਼ੱਕ ਹੋਣ ਲੱਗ ਜਾਂਦਾ ਹੈ, ਪਤਾ ਨਹੀਂ ਕਿਸੇ ਹੋਰ ਵੱਲ ਧਿਆਨ ਦੇ ਰਹੇ ਹਨ, ਕਿਤੇ ਹੋਰ ਤਾਂ ਨਹੀਂ ਵਸ ਗਈ ਚਿੱਤ ਵਿੱਚ। ਅਤੇ ਬੱਚਿਆਂ ਵੱਲ ਧਿਆਨ ਨਾ ਦਿਓਗੇ ਤਾਂ ਬੱਚੇ ਨਿਰਾਸ਼ ਹੋ ਜਾਣਗੇ, ਮਾਤਾ ਪਿਤਾ ਧਿਆਨ ਹੀ ਨਹੀਂ ਦਿੰਦੇ। ਮਾਤਾ ਪਿਤਾ ਵੱਲ ਨਾ ਦਿਓਗੇ ਤਾਂ ਉਹ ਨਾਰਾਜ਼, ਅਤੇ ਸਾਰੇ ਹੀ ਨਾਰਾਜ਼ ਹੋਣਗੇ। ਅਤੇ ਧਿਆਨ ਛੱਡਣਾ ਇਸੇ ਕਰਕੇ ਵੀ ਔਖਾ ਹੈ ਬਾਹਰ, ਕਿਉਂਕਿ ਸਾਰਿਆਂ ਦੀ ਨਾਰਾਜ਼ਗੀ ਕੌਣ ਸਹਿਣਾ ਚਾਹੁੰਦਾ ਹੈ। ਅਤੇ ਜਿਨ੍ਹਾਂ ਨੇ ਬਾਹਰਲੇ ਨਾਰਾਜ਼ਗੀ ਪ੍ਰਵਾਨ ਕੀਤੀ ਸੀ, ਜਿਵੇਂ ਕੱਲ੍ਹ ਹੀ ਆਪਾਂ ਗੱਲ ਕੀਤੀ ਸੀ ਗੁਰੂ ਅੰਗਦ ਦੇਵ ਜੀ ਦੀ, ਪਰਿਵਾਰ ਛੱਡ ਕੇ ਹੀ ਆਏ ਹਨ, ਸਾਰੇ ਨਾਰਾਜ਼ ਹੋਏ ਹੋਣਗੇ। ਗੁਰੂ ਅਮਰਦਾਸ ਜੀ, ਸਾਰੇ ਹੀ ਰਿਸ਼ਤੇਦਾਰ, ਸਾਰਿਆਂ ਵੱਲੋਂ ਧਿਆਨ ਹਟਿਆ ਹੋਵੇਗਾ ਤਾਂ ਕਿੰਨੇ ਨਾਰਾਜ਼ ਹੋਏ ਹੋਣਗੇ। ਤਾਂ ਹੀ ਮਮਤਾ ਟੁੱਟਦੀ ਹੈ। ਅਤੇ ਤੁਸੀਂ ਨਾਰਾਜ਼ ਕਰਨਾ ਚਾਹੁੰਦੇ ਹੋ ਸਾਰਿਆਂ ਨੂੰ। ਖਿਆਲ ਰੱਖੋ। ਬਹੁਤਿਆਂ ਨੂੰ ਤਾਂ ਇਉਂ ਖਿਆਲ ਹੁੰਦਾ ਹੈ ਵੀ ਇਹ ਆਪਣਿਆਂ ਤੋਂ ਬਗੈਰ ਅਸੀਂ ਜੀਂਦੇ ਹੀ ਨਾ ਰਵਾਂਗੇ, ਅਤੇ ਡਰ ਵੀ ਹੁੰਦਾ ਹੈ। ਅਤੇ ਤੁਸੀਂ ਆਪਣਿਆਂ ਨੂੰ ਨਾਰਾਜ਼ ਕਰਨਾ ਚਾਹੁੰਦੇ ਹੋ। ਫਿਰ ਦੂਸਰੀ ਗੱਲ, ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ, ਉਹ ਆਪਣੇ ਤੁਹਾਨੂੰ ਕਹਿੰਦੇ ਹਨ ਵੀ ਸਾਡੇ ਵੱਲ ਧਿਆਨ ਨਾ ਦਿਓ, ਤੁਸੀਂ ਆਪਣੇ ਵੱਲ ਧਿਆਨ ਦਿਓ। ਇਹ ਕਹਿੰਦੇ ਹਨ ਕਈ ਲੋਕ ਵੈਸੇ, ਪਰ ਵਾਸਤਵਿਕ ਦੇ ਵਿੱਚ ਉਹਨਾਂ ਨੂੰ ਅਰਥ ਦਾ ਨਹੀਂ ਪਤਾ ਹੁੰਦਾ। ਅਤੇ ਤੁਸੀਂ ਆਪਣੇ ਵੱਲ ਨੂੰ ਧਿਆਨ ਦਿਓ, ਕਿਸੇ ਵੱਲ ਨੂੰ ਧਿਆਨ ਨਾ ਦਿਓ ਤੁਸੀਂ। ਪਰ ਬੁਢੇਪੇ 'ਚ ਕਹਿੰਦੇ ਹਨ, ਬੁਢੇਪੇ ਦੇ ਵਿੱਚ ਤਾਂ ਲੱਗਿਆ ਹੁੰਦਾ ਹੈ ਬਾਹਰ ਧਿਆਨ, ਬੁਢੇਪੇ 'ਚ ਨਹੀਂ ਹਟਦਾ ਹੈ, ਪੱਕ ਜਾਂਦਾ ਹੈ। ਅਤੇ ਜਵਾਨੀ 'ਚ ਹਟ ਸਕਦਾ ਹੈ, ਪਰ ਜਵਾਨੀ 'ਚ ਕੋਈ ਕਹਿੰਦਾ ਹੀ ਨਹੀਂ ਹੈ। ਪਰਿਵਾਰ ਦੇ ਮੈਂਬਰ ਅਗਰ ਕਹਿ ਦੇਣ ਵੀ ਹੁਣ ਸਾਡੇ ਕਿਸੇ ਵੱਲ ਧਿਆਨ ਨਾ ਦਿਓ, ਤੁਸੀਂ ਆਪਣੇ ਵੱਲ ਧਿਆਨ ਦਿਓ, ਪਰਮਾਤਮਾ ਵੱਲ ਧਿਆਨ ਦਿਓ। ਸਾਡੇ ਵੱਲ ਧਿਆਨ ਦੇਣ ਦੀ ਲੋੜ ਨਹੀਂ, ਉਹ ਹੀ ਤੁਹਾਡੇ ਮਿੱਤਰ ਹਨ, ਉਹ ਹੀ ਵਾਸਤਵਿਕ ਦੇ ਵਿੱਚ ਸੰਬੰਧੀ ਹਨ।